2022 के विधानसभा चुनाव के लिए बीजेपी ने भी तैयारियां शुरू कर दी है। आज लुधियाना में बीजेपी की एक बड़ी बैठक हुई जिसमें सूबे भर के ओहदेदार शामिल हुए। बीजेपी के पंजाब चुनाव इंचार्ज गजेंद्र शेखावत की अगुवाई में रणनीति बनेगी। इस मौके बीजेपी पंजाब प्रधान अश्विनी शर्मा ने कहा कि पंजाब में कभी भी किसी ने मुद्दों की बात नहीं की। उन्होंने कहा कि बीजेपी कार्यकर्ताओं के संयम का जिक्र इतिहास में होगा। इस मौके बीजेपी आगू हरजीत गरेवाल ने लुधियाना में रैली को संबोधित करते हुए कहा कि प्रधानमंत्री नरेंद्र मोदी ने काली सूची खत्म की है और 1984 के कत्लेआम में दोषियों को सजा दिलवाई है। इस मौके उन्होंने कांग्रेस पर भी निशाने साधे। उन्होंने कहा कि 1984 दंगों में नामजद लोगों को कांग्रेस ने उच्च पदवी दी है। रेत माफिया के खिलाफ जोड़ा पंजाब सरकार दे ਜਿਹੜੀ ਕੋਈ ਕਾਰਵਾਈ ਨਹੀਂ ਕਰਦੀ। ਚੰਨੀ ਦੇ ਹਲਕੇ 'ਚ ਖੁਦ ਰੇਤ ਜਿਹੜੀ ਹੈ ਇਨਲੀਗਲ ਜਿਹੜੀ ਮਾਈਨਿੰਗ ਹੋ ਰਹੀ ਕੀ ਕਹੋਗੇ? ਇਹ 75-25 ਵਾਲੇ ਨੇ ਜੀ, ਦੋਨੋਂ ਅਕਾਲੀ ਵੀ ਤੇ ਕਾਂਗਰਸੀ ਵੀ। ਇਹ ਸੱਤਾ 'ਚ ਨੇ ਹੁਣ। 75 ਇਹਨਾਂ ਦਾ, 25 ਅਕਾਲੀਆਂ ਦਾ। ਇੱਕ ਦੂਜੇ ਦਾ ਕੰਮ ਸਾਂਭ ਲੈਂਦੇ, ਇਹਨਾਂ ਦੀ ਪਾਰਟਨਰਸ਼ਿਪ ਆ। ਇਸ ਕਰਕੇ ਇੱਥੇ ਇਦਾਂ ਨਹੀਂ ਖਤਮ ਹੋਣਾ। ਇੱਥੇ ਤਾਂ ਭਾਜਪਾ ਨੂੰ ਲਿਆਓ, ਫਿਰ ਦੇਖੋ ਕਿਵੇਂ ਮਾਫੀਆ ਖਤਮ ਹੁੰਦੇ ਆ। ਅਗਰ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਆ ਉਹਨਾਂ ਨੇ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੂੰ ਫੜਨ ਵਾਸਤੇ ਪੁਲਿਸ ਤੇ ਦਬਾਅ ਪਾ ਰਹੇ ਆ। ਕਿਸ ਤਰ੍ਹਾਂ ਵੇਖਦੇ ਇਨਵੈਸਟੀਗੇਸ਼ਨ ਹੋ ਗਈ, ਛੁੱਟੀ ਦੀ ਮੰਗ ਕਰ ਰਹੇ? ਅਰੇ ਕਿੱਥੋਂ ਫੜਨਾ? ਇੱਕ ਦੂਜੇ ਨੂੰ, ਇੱਕ ਦੂਜੇ ਦੇ ਭਾਗੀਦਾਰ ਨੇ। ਇਦਾਂ ਕਿਉਂ ਪੰਜਾਬ ਦੇ ਲੋਕਾਂ ਨੂੰ ਗਲਤਫਹਿਮੀ 'ਚ ਪਾਉਂਦੇ ਹੋ? ਉਹਨਾਂ ਨੂੰ ਤਾਂ ਫੜਾਂਗੇ ਤਾਂ ਅਸੀਂ ਫੜਾਂਗੇ ਆ ਕੇ, ਦੂਜੇ ਕਿਸੇ ਨੇ ਨਹੀਂ ਫੜਨਾ। ਹਾਂ, ਅਸਲੀ ਦੋਸ਼ੀ ਗੁਰੂ ਦੀਆਂ ਬੇਅਦਬੀਆਂ ਦੇ ਜਿਹੜੇ ਆ, ਜਿਵੇਂ 84 ਦੇ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਜੇਲ੍ਹਾਂ 'ਚ ਭੇਜਿਆ, ਤੇ ਇਹਨਾਂ ਨੂੰ ਵੀ ਭੇਜਾਂਗੇ ਜਿਹੜੇ ਅਸਲੀ ਦੋਸ਼ੀ ਹੋਣਗੇ। ਸਰ, ਆਪ ਦੇ ਵਿੱਚ ਜਿਹੜਾ ਆ ਸ਼ਾਮਿਲ ਹੋ ਸਕਦੇ ਨੇ ਜਿਹੜੇ ਕਾਂਗਰਸੀ ਜਿਹੜੇ ਮੇਨ ਆਗੂ ਨੇ, ਕੀ ਕਹੋਗੇ ਜੀ? ਉਹ ਆਪਣੀ ਆਪਣੀ ਪਾਰਟੀ ਸਾਂਭਣ ਜੀ। ਸਾਡੇ 'ਚ ਤਾਂ ਕੋਈ ਸ਼ਾਮਲ ਨਹੀਂ ਹੋਣ ਰਿਹਾ, ਤੇ ਸਾਡੇ ਨਾਲ ਹੀ ਆ ਰਹੇ ਲੋਕ। ਹੋਰ ਜਨਤਾ ਬਹੁਤ ਜੁੜ ਰਹੀ ਹੈ ਤੇ ਸਾਡੇ ਵਿਚਾਰ ਨਾਲ ਜੁੜ ਕੇ ਆਉਂਦੇ ਆ, ਸਾਡੇ ਲੀਡਰ ਨਾਲ ਜੁੜ ਕੇ ਆਉਂਦੇ ਆ, ਨਰਿੰਦਰ ਮੋਦੀ ਜੀ ਨਾਲ। ਔਰ ਜਿਹਨੂੰ ਸਾਡਾ ਲੀਡਰਸ਼ਿਪ ਪਸੰਦ ਹੋਵੇ, ਸਾਡਾ ਵਿਚਾਰ ਪਸੰਦ ਹੋਵੇ, ਉਹ ਸਾਡੇ ਨਾਲ ਆਵੇ। ਦੂਸਰੇ ਨੂੰ ਮੈਂ ਹਮੇਸ਼ਾ ਕਹਿਣਾ ਕਿ ਭਾਈ ਸਾਨੂੰ ਜ਼ਰੂਰਤ ਹੈ। ਕਿਸਾਨਾਂ ਨੇ ਕਿਹਾ ਸੀ ਜੀ ਟੋਲ ਪਲਾਜ਼ੇ ਜਿਹੜੇ ਜੇ ਵਧੇ ਅਸੀਂ ਪੰਜਾਬ ਦੇ ਵਿੱਚ ਅੰਦੋਲਨ ਕਰਾਂਗੇ, ਪਰ ਹੁਣ ਚੁੱਪੀ ਦੇ ਜਿਹੜੀ ਸਾਥ ਕੇ ਬੈਠੇ। ਉਹ ਤਾਂ ਉਹਨਾਂ ਤੋਂ ਪੁੱਛੋ ਨਾ, ਮੈਂ ਉਹਨਾਂ ਦੀਆਂ ਗੱਲਾਂ ਤੇ ਕੀ ਕਹਿਣਾ। ਉਹ ਤਾਂ ਮਹਾਨ ਨੇ ਸਾਰੇ, ਮੈਂ ਉਹਨਾਂ ਨੂੰ ਕੀ ਕਹਿਣਾ। ਉਹ ਤਾਂ ਜਿੱਤ ਕੇ ਆਏ ਆ। ਦੇਖੋ, ਅੱਜ ਸਾਡੇ ਭਾਰਤੀ ਜਨਤਾ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਦਿੱਲੀ ਦੀ ਔਰ ਪੰਜਾਬ ਦੀ, ਉਹ ਅੱਜ ਜਿਹੜਾ ਸਾਡੇ ਕਾਰਜਕਰਤਾ ਸੰਮੇਲਨ ਹੋ ਰਿਹਾ ਹੈ ਉਹ ਕਰ ਰਹੇ ਨੇ। ਔਰ ਤੁਸੀਂ ਅੱਜ ਦਾ ਮਾਹੌਲ ਦੇਖ ਕੇ ਤੁਸੀਂ ਇਹ ਦੱਸੋ ਵੀ, ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਵਾਂ ਵੀ ਅੱਜ ਦਾ ਤੁਸੀਂ ਮਾਹੌਲ ਦੇਖ ਕੇ ਭਾਰਤੀ ਜਨਤਾ ਪਾਰਟੀ ਦੇ ਬਾਰੇ ਜੋ ਲੋਕਾਂ ਦੇ ਵਿਚਾਰ ਸੀ ਉਹ ਕੀ ਨੇ? ਔਰ ਮੈਂ ਅੱਜ ਮੈਂ ਦੇਖ ਰਿਹਾ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜਿੰਨੇ ਕਾਰਜਕਰਤਾ ਨੇ, ਅੱਜ ਉਹ ਕਿੱਦਾਂ ਨਿਕਲ ਕੇ ਘਰੋਂ ਬਾਹਰ ਆਏ ਨੇ। ਔਰ ਸਾਡੇ ਕੋਲ ਕੁਰਸੀਆਂ ਸਾਡੇ ਕੋਲ ਘੱਟ ਪੈ ਗਈਆਂ। ਸਾਡੇ ਪੰਡਾਲ ਦੇ ਵਿੱਚ ਵੀ ਸਾਡੇ ਕੋਲ ਬੈਠਣ ਵਾਸਤੇ ਜਗ੍ਹਾ ਨਹੀਂ ਸੀ ਹੈਗੀ। ਔਰ ਮੇਰਾ ਖਿਆਲ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ ਕਾਰਜਕਰਤਾ ਹੋਵੇ, ਅੱਜ ਉਹ ਸਾਡੇ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਨੂੰ ਇਹ ਕਹਿਤਾ ਵੀ ਆਪਣੇ ਅੱਜ ਤੋਂ ਬਾਅਦ ਤੁਸੀਂ ਆਪਣੇ ਘਰ 'ਚ ਨਹੀਂ ਬੈਠਣਾ, ਗਲੀ ਮੱਲਿਆਂ 'ਚ ਜਾ ਕੇ ਬੂਥ 'ਤੇ ਜਾ ਕੇ ਕੰਮ ਕਰਨਾ। ਲੱਗਦਾ ਵਾ ਕਿ ਜਿਸ ਤਰੀਕੇ ਨਾਲ ਪ੍ਰਚਾਰ ਦੇ ਵਿੱਚ ਇੱਕ ਕਿਸਾਨੀ ਮੁੱਦੇ ਨੂੰ ਲੈ ਕੇ ਇੱਕ ਪ੍ਰਚਾਰ ਨਹੀਂ ਹੋ ਪਾ ਰਿਹਾ ਸੀਗਾ, ਤੇ ਹੁਣ ਕਿਸਾਨੀ ਮੁੱਦਾ ਖਤਮ ਹੋਣ ਤੋਂ ਬਾਅਦ ਇੱਕ ਪ੍ਰਚਾਰ ਵਧੀਆ ਤਰੀਕੇ ਨਾਲ ਹੋ ਪਾਊਗਾ? ਨਹੀਂ, ਦੇਖੋ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਿਸਾਨ ਮੋਰਚੇ ਕਰਕੇ ਕੰਮ ਹੋ ਰਿਹਾ ਸੀ। ਭਾਰਤੀ ਜਨਤਾ ਪਾਰਟੀ ਆਪਣੇ ਘਰ ਨਹੀਂ ਸੀ ਬੈਠੀ ਹੋਈ, ਠੀਕ ਹੈ, ਆਪਣੇ ਤਰੀਕੇ ਨਾਲ ਜਿਹੜਾ ਡੋਰ ਟੂ ਡੋਰ ਕੰਮ ਕੀਤਾ ਜਾ ਰਿਹਾ ਸੀ। ਪਰ ਅੱਜ ਹੁਣ ਜਿਹੜਾ ਹੈਗਾ ਵੇ, ਜਦੋਂ ਦਾ ਕਿਸਾਨ ਮੋਰਚਾ ਖਤਮ ਹੋਇਆ ਹੈ, ਔਰ ਅੱਜ ਸਾਡੇ ਜਿਹੜੇ ਕਾਰਜਕਰਤਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ, ਕਿਉਂਕਿ ਅਸੀਂ ਬੜੇ ਸਾਰੇ ਆਪਣੇ ਭੈਣਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਜ਼ਿਮੀਂਦਾਰ ਜਿਹੜੇ ਵੀਰ ਨੇ, ਉਹਨਾਂ ਨੂੰ ਵੀ ਮਿਲ ਕੇ ਆਪਣੇ ਜਿਹੜੇ ਸਾਡੇ ਮੋਦੀ ਦੇ ਕੀਤੇ ਹੋਏ ਕੰਮਾਂ ਨੂੰ, ਭਾਰਤੀ ਜਨਤਾ ਦੇ ਕੀਤੇ ਹੋਏ ਕੰਮਾਂ ਨੂੰ ਅਸੀਂ ਸਾਰਿਆਂ ਨੂੰ, ਲੋਕਾਂ ਨੂੰ ਦੱਸਾਂਗੇ ਜਾ ਕੇ, ਤੇ ਉਹ ਕਿਉਂ ਨਹੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨਗੇ। ਅੱਜ ਜਿਹੜੀ ਮੀਟਿੰਗ 'ਚ ਪੰਜਾਬ ਦੇ ਡੈਲੀਗੇਟਸ ਨੇ, ਜਿਹੜੇ ਲੀਡਰਸ਼ਿਪ ਆ ਮੰਡਲਾਂ ਤੋਂ ਉੱਪਰ ਜਿਹੜੇ ਵੀ ਕਾਰਜਕਰਤਾ, ਉਹਨਾਂ ਦੀ ਇੱਕ ਬੈਠਕ ਹੋਈ। ਇੱਥੋਂ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਕਿ ਕਿਸ ਤਰ੍ਹਾਂ ਤੁਸੀਂ ਪੰਜਾਬ ਦੇ ਕੋਨੇ-ਕੋਨੇ, ਗਲੀ-ਗਲੀ, ਮੁਹੱਲੇ, ਪਿੰਡ-ਪਿੰਡ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਵਰਚਸਵ ਨੂੰ ਲਹਿਰਾ ਕੇ, ਝੰਡੇ ਨੂੰ ਲਹਿਰਾ ਕੇ ਪੰਜਾਬ ਦੇ ਵਿੱਚ 117 ਦੀਆਂ 117 ਵਿਧਾਨ ਸਭਾ ਸੀਟਾਂ ਜਿੱਤ ਕੇ ਪੰਜਾਬ ਦੇ ਵਿੱਚ ਨਰੋਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ। ਇੱਕ ਸਰ ਦੇਖਣ ਨੂੰ ਮਿਲਿਆ ਸੀ ਕੁਝ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਲੋਕ ਸੀਗੇ ਬੀਜੇਪੀ ਦੇ ਖਿਲਾਫ ਬੋਲਦੇ ਸੀਗੇ, ਪਰ ਅੱਜ ਉਹੀ ਬੰਦੇ ਬੀਜੇਪੀ ਜੁਆਇਨ ਹੁੰਦੇ ਦਿਖੇ ਨੇ। ਕੀ ਕਹਿਣਾ ਚਾਹੁੰਗੇ ਉਹਨਾਂ ਬਾਰੇ? ਇੱਕ ਸੰਦੇਸ਼ ਹੈ ਸਮੁੱਚੇ ਪੰਜਾਬੀਆਂ ਨੂੰ। ਅੱਜ ਦੇਖੋ, ਬੰਗਾ ਤੋਂ ਸਾਬਕਾ ਅਕਾਲੀ ਵਿਧਾਇਕ ਮੋਹਨ ਲਾਲ ਬੰਗਾ ਜੀ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ
ਜੱਲਾ ਸਾਹਿਬ ਜਿਹੜੇ ਮੀਤ ਪ੍ਰਧਾਨ ਵੀ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਤੇ ਨਾਲ ਹੀ ਬਾਬਾ ਦਲਜੀਤ ਸਿੰਘ ਸੋਢੀ, ਇੱਕ ਸੰਤ ਸਮਾਜ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ। ਇੱਕ ਦਿਸ਼ਾ ਤੇ ਦਸ਼ਾ ਦਿੱਤੀ ਗਈ ਹੈ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਉਣ ਲਈ। ਆਰਐਸ ਲੱਦਰ ਨੇ ਕਿਸਾਨ ਅੰਦੋਲਨ ਚੱਲਦਾ ਸੀ, ਆਪਣੀ ਪਾਰਟੀ ਬਣਾਈ ਸੀ, ਬੀਜੇਪੀ ਨੂੰ ਕਿਸਾਨ ਵਿਰੋਧੀ ਪਾਰਟੀ ਕਹਿੰਦੇ ਸੀ, ਪਰ ਅੱਜ ਉਹਨਾਂ ਨੇ ਵੀ ਪਾਰਟੀ ਜੁਆਇਨ ਕੀਤੀ। ਕਾਫੀ ਬੰਦੇ ਜਿਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਹੈ ਜਿਹੜੇ ਬੀਜੇਪੀ ਦੇ ਖਿਲਾਫ ਸੀਗੇ, ਅੱਜ ਅੰਦੋਲਨ ਖਤਮ ਹੋਣ ਤੋਂ ਬਾਅਦ ਜੁਆਇਨ ਕੀਤੀ। ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ, ਕਿਸ ਤਰੀਕੇ ਨਾਲ ਦੇਖਦੇ ਹੋ? ਬੜਾ ਵਧੀਆ ਸੰਦੇਸ਼ ਹੈ ਕਿ ਕਿਤੇ ਨਾ ਕਿਤੇ ਆਈਐਸ ਲੌਬੀ ਜਿਹੜੀ ਬਿਊਰੋਕਰੇਟ ਸਾਰਿਆਂ ਦੀ ਡੀਲ ਕਰਦੀ ਹੈ, ਹੈੱਡ ਨੇ, ਉਹ ਆਈਐਸ ਲੌਬੀ ਨੂੰ ਵੀ ਕਿਤੇ ਨਾ ਕਿਤੇ ਅੰਦੇਸ਼ਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿੱਚ ਸਰਕਾਰ ਬਣਨ ਜਾ ਰਹੀ ਹੈ, ਕਿਉਂਕਿ ਜਿਹੜੇ ਪੜ੍ਹੇ ਲੋਕ ਵੀ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ। BS ਲੱਦੜ ਇਹ ਜੁਆਇਨਿੰਗ ਦਾ ਇੱਕ ਸੰਦੇਸ਼ है। आज जो सम्मेलन किया गया है, किसान आंदोलन वापस होने के बाद आज बड़ी रैली। देखिए, भारतीय जनता पार्टी संगठन की ताकत पर काम करने वाली पार्टी है और भारतीय जनता पार्टी के कार्यकर्ता मंडल से लेकर के और बूथ तक भारतीय जनता पार्टी के कार्यकर्ताओं का व्याप और विस्तार। भारतीय जनता पार्टी के कार्यकर्ता कोरोना के कारण से और बीच में जिस तरह किसान आंदोलन की परिस्थितियों के कारण से हम सब एक साथ एकत्रित नहीं आए, क्योंकि अब चुनाव होने वाला है। पार्टी ने एक वृहद कार्यकारिणी भारतीय जनता पार्टी के मंडल तक के सारे अध्यक्ष तक के सारे दायित्ववान कार्यकर्ता एकत्रित आए और मैं इनके जोश, आने वाले कार्यकर्ताओं की संख्या, उनके जोश और उत्साह के आधार पर कह सकता हूँ कि इस बार भारतीय जनता पार्टी पंजाब में एक नया इतिहास बनाएगी, एक नए इतिहास की रचना। सर, अभी किसान आंदोलन वापस हुआ है, गाँव में जाके कैसे प्रचार होगा? लगता है किसान निश्चित रूप से जुड़ेंगे। माननीय मोदी जी ने जिन शब्दों के साथ में किसान आंदोलन को वापस और जिस तरह से पिछले 7 साल के शासनकाल में कृषि क्षेत्र में आमूलचूल परिवर्तन लाने के लिए माननीय मोदी जी की सरकार ने काम किया। इस बार जिस तरह से प्रोक्योरमेंट हुआ है, प्रोक्योरमेंट का पैसा सीधा डीबीटी से जिस तरह से किसानों के खाते में पहुंचा है, चाहे कितने भी प्रयास किए जाएं, मोदी जी को और पंजाब को और मोदी जी को और किसान को कभी अलग नहीं किया जा सकता। सारे दुष्प्रचार करने वालों की हार होगी। अंततः इस पे जो है देश जीतेगा, पंजाब जीतेगा, भारतीय जनता पार्टी। पंजाब भाजपा में नया नारा दिया गया है कि नया पंजाब भाजपा के साथ, उसमें क्या होगा? भाजपा क्या देखिए, पंजाब के जिस तरह के हालात हैं, मैंने अभी अपने भाषण में भी कहा कि आज पंजाब पर 4 लाख करोड़ रुपए का कर्जा है। मैं पूछना चाहता हूँ, ये जितनी पॉलिटिकल पार्टियां आज यहाँ काम कर रही, जो नए नए नारे और लोक लुभावने वादे यहाँ कर रही, आज पंजाब 4 लाख करोड़ रुपए के कर्जे से डूबा हुआ पंजाब किस तरह से उनको पूरा कर पाए? उनको अपनी योजनाओं को स्पष्ट करना चाहिए। जो यहाँ आकर के दिल्ली से यहाँ आकर के इस तरह की लोक लुभावन योजनाएं बना रहे हैं या जो नारे दे रहे हैं, उनको दिल्ली में उन्होंने क्या किया है वो भी एक बार स्पष्ट करना चाहिए। कितने वादे जो उन्होंने दिल्ली में किए थे वो पूरे किए हैं, उनको भी यहाँ स्पष्ट करना चाहिए। हम भारतीय जनता पार्टी के मैनिफेस्टो के आधार पर हमारी पूरी आगामी कार्यरचना और किसके लिए हम चुनाव लड़ रहे हैं आप सबके सामने स्पष्ट करेंगे। लेकिन मैं मूल बिंदु आप सबके सामने रखना चाहता हूँ कि किसान की खुशहाली के लिए, पंजाब की खुशहाली के लिए, और पंजाब जो पिछड़ते आज 81 में जो पहले पायदान का देश हुआ करता था जीडीपी के हिसाब से, आज पंजाब 16वें नंबर पर पहुंचा है। जीडीपी ग्रोथ के हिसाब से 32वें नंबर पर पहुंच गया। उस पंजाब को वापस खुशहाल पंजाब बनाएंगे। पंजाब के खोए हुए स्वर्णिम अतीत को, आर्थिक अतीत को भी वापस लुधियाना से कैमरामैन विकास के साथ राजेश मेहरा की रिपोर्ट, सिटी होम न्यूज।